ਹਾਂਜੀ ਦੋਸਤੋ, ਉਮੀਦ ਕਰਦੇ ਹਾਂ ਕਿ ਕੱਲ੍ਹ 24 ਤਰੀਕ ਦਾ ਜਿਹੜਾ ਪੇਪਰ ਸੀਗਾ ਬੀਐਡ ਦਾ, ਉਹ ਸਾਰਿਆਂ ਦਾ ਬਹੁਤ ਵਧੀਆ ਹੋਇਆ ਹੋਵੇਗਾ। ਪੇਪਰ ਜ਼ਿਆਦਾ ਸੌਖਾ ਨਹੀਂ ਸੀਗਾ ਅਤੇ ਨਾ ਹੀ ਜ਼ਿਆਦਾ ਔਖਾ ਵੀ ਨਹੀਂ ਸੀਗਾ। ਅਤੇ ਵਿਚਕਾਰਲੇ ਜੇ ਮੇਲ ਦਾ ਔਰ ਪ੍ਰੈਕਟੀਕਲ ਜਿਹੜਾ ਪੇਪਰ ਸੀਗਾ, ਉਹ ਅਸੀਂ ਪਹਿਲਾਂ ਵੀ ਆਪਾਂ ਗੱਲ ਕਰਦੇ ਸੀ ਕਿ ਪੇਪਰ ਜਿਹੜਾ ਹੈਗਾ ਪ੍ਰੈਕਟੀਕਲ ਹੀ ਹੁੰਦਾ ਹੈ ਅਤੇ ਪ੍ਰੈਕਟੀਕਲੀ ਜਿਹੜੀ ਸਾਨੂੰ ਪੜ੍ਹਨਾ ਚਾਹੀਦਾ ਹੈ। ਜੋ ਵੀ ਅਸੀਂ ਗੱਲਬਾਤ, ਜੋ ਵੀ ਅਸੀਂ ਪੜ੍ਹ ਰਹੇ ਹਾਂ, ਸਿੱਖ ਰਹੇ ਹਾਂ, ਪੇਪਰ ਦੇ ਲਈ ਤਿਆਰੀ ਕਰ ਰਹੇ ਹਾਂ, ਤਾਂ ਪ੍ਰੈਕਟੀਕਲੀ ਤਿਆਰੀ ਜਿਹੜੀ ਉਹ ਕਰਨੀ ਚਾਹੀਦੀ ਹੈ। ਅਤੇ ਅੱਜ ਅਸੀਂ ਗੱਲ ਕਰਾਂਗੇ ਇੰਗਲਿਸ਼ ਲੈਂਗੁਏਜ ਦੀ, ਸੈਕੰਡ ਬੀਐਡ ਦੇ ਪੇਪਰ ਦੀ। ਇੰਗਲਿਸ਼ ਜ਼ਿਆਦਾ ਸੌਖੀ ਨਹੀਂ ਸੀ ਅਤੇ ਔਖੀ ਵੀ ਨਹੀਂ ਸੀ, ਯਾਨੀ ਕਿ ਉਹੀ ਪ੍ਰੈਕਟੀਕਲੀ ਸੀਗੀ। ਤਾਂ ਆਓ ਅਸੀਂ ਗੱਲ ਕਰਦੇ ਹਾਂ ਇਸ ਦੀ ਸਹੀ ਆਨਸਰ ਕੀ ਦੀ। ਸਭ ਤੋਂ ਪਹਿਲਾਂ ਸਾਡੇ ਕੋਲ ਪ੍ਰਸ਼ਨ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਫੰਡਾਮੈਂਟਲ ਪ੍ਰਿੰਸੀਪਲ ਆਫ ਲੈਂਗੁਏਜ ਟੀਚਿੰਗ। ਲੈਂਗੁਏਜ ਟੀਚਿੰਗ ਦੇ ਪ੍ਰਿੰਸੀਪਲ ਅਸੀਂ ਕੀਤੇ ਸੀਗੇ ਅਤੇ ਉਸ ਦੇ ਵਿੱਚ ਫੰਡਾਮੈਂਟਲ ਪ੍ਰਿੰਸੀਪਲ ਕਿਹੜਾ ਨਹੀਂ ਹੈ, ਨੋਟ ਦਾ ਅਸੀਂ ਖਿਆਲ ਰੱਖਣਾ ਹੁੰਦਾ। ਤਾਂ ਉਹ ਇਹ ਜਿਹੜਾ ਆਨਸਰ ਹੈਗਾ ਸਹੀ ਹੈ, ਕਿਉਂਕਿ ਪ੍ਰੈਕਟਿਸ ਅਤੇ ਡਰਿਲ ਵੀ ਹੈ, ਨੈਚੁਰਲ ਆਰਡਰ ਵੀ ਹੈ, ਸਿਲੈਕਸ਼ਨ ਅਤੇ ਗ੍ਰੇਡੇਸ਼ਨ ਵੀ ਹੈ। ਫਿਰ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ, ਆਈਡੈਂਟੀਫਾਈ ਦਾ ਕਰੈਕਟ ਸਟੇਟਮੈਂਟ। ਸਹੀ ਸਟੇਟਮੈਂਟ ਕਿਹੜੀ ਹੈ? ਇਹ ਸਹੀ ਆਨਸਰ ਨਹੀਂ ਹੈ, ਸਕੀਮਿੰਗ ਟੈਕਨੀਕ ਨਹੀਂ ਹੈ ਡਿਫੀਕਲਟ ਵਰਡ ਦੀ, ਅਤੇ ਸਟੱਡੀ ਆਫ ਮੀਨਿੰਗ ਇਹ ਵੀ ਸਹੀ ਨਹੀਂ ਹੈ, ਇਹ ਵੀ ਸਹੀ ਨਹੀਂ ਹੈ। ਤਾਂ ਸਾਡੇ ਕੋਲ ਜਿਹੜਾ ਸਹੀ ਆਨਸਰ ਹੈ ਉਹ ਆਹ ਵਾਲਾ ਹੈ, ਪਹਿਲਾ ਨੰਬਰ। ਜਿਹੜੀ ਟ੍ਰਾਂਸਕ੍ਰਿਪਸ਼ਨ ਹੈ, ਇਜ਼ ਅ ਫੋਰਮ ਇਨ ਵਿਚ ਅ ਸਪੀਚ ਸਾਊਂਡ ਇਜ਼ ਰਿਪਰੈਜ਼ੈਂਟਡ, ਆਹ ਸਹੀ ਹੈ। ਫਿਰ ਸਾਡੇ ਕੋਲ ਹੈ ਥਰਡ, ਅ ਟੈਕਸਟ ਬੁੱਕ ਇਜ਼ ਨਾਟ। ਜਿਹੜੀ ਟੈਕਸਟ ਬੁੱਕ ਆ ਉਹ ਕੀ ਨਹੀਂ ਹੈ? ਈਜ਼ੀ ਟੂ ਪ੍ਰਪੇਅਰ। ਇੱਥੇ ਇਹ ਕਹਿੰਦਾ ਵੀ ਈਜ਼ੀ ਟੂ ਪ੍ਰਪੇਅਰ ਵੀ ਬਣਾਉਣੀ ਆਸਾਨ ਹੈ, ਜਦ ਕਿ ਆਸਾਨ ਨਹੀਂ ਹੈ। ਤਾਂ ਇਸ ਲਈ ਇਹਦਾ ਆਨਸਰ ਇਹ ਆਏਗਾ ਕਿ ਟੈਕਸਟ ਬੁੱਕ ਇਜ਼ ਨਾਟ। ਕੀ ਚੀਜ਼ ਨਹੀਂ ਹੈ ਟੈਕਸਟ ਬੁੱਕ? ਈਜ਼ੀ ਟੂ ਪ੍ਰਪੇਅਰ ਨਹੀਂ ਹੈ। ਤਾਂ ਅੱਗੇ ਦੇਖਦੇ ਹਾਂ, ਦ ਪਰਪਜ਼ ਆਫ ਲੈਂਗੁਏਜ ਇਵੈਲੂਏਸ਼ਨ ਇਨਕਲੂਡਸ। ਜਿਹੜੀ ਲੈਂਗੁਏਜ ਹੈ ਉਸ ਦੇ ਇਵੈਲੂਏਸ਼ਨ ਦੇ ਵਿੱਚ ਕਿਹੜੀਆਂ ਜਿਹੜੀਆਂ ਚੀਜ਼ਾਂ ਇਨਕਲੂਡ ਹੁੰਦੀਆਂ ਨੇ ਪਰਪਜ਼ ਦੇ ਵਿੱਚ? ਫੀਡਬੈਕ ਵੀ ਆਉਂਦੀ ਹੈ, ਪ੍ਰੋਗਰਾਮ ਆਊਟਕਮਸ ਵੀ ਆਉਂਦੇ ਨੇ, ਮੋਨੀਟਰਿੰਗ ਵੀ ਅਸੀਂ ਕਰਦੇ ਹਾਂ। ਤਾਂ ਇਹਦੇ ਵਿੱਚ ਜਿਹੜਾ ਆਨਸਰ ਹੈਗਾ ਜਿਹੜਾ ਸਹੀ ਆ ਗਿਆ। ਉਸ ਤੋਂ ਬਾਅਦ ਦਾ ਰਿਸੈਪਟਿਵ ਲੈਂਗੁਏਜ ਸਕਿੱਲਸ ਇਨਕਲੂਡ। ਰਿਸੈਪਟਿਵ ਕਿਹੜੀਆਂ ਹੁੰਦੀਆਂ ਨੇ? ਰਿਸੈਪਟਿਵ ਯਾਨੀ ਕਿ ਰਿਸੀਵ ਅਸੀਂ ਕਰ ਰਹੇ ਹਾਂ, ਕੁਛ ਅਸੀਂ ਪ੍ਰਾਪਤ ਕਰ ਰਹੇ ਹਾਂ, ਤਾਂ ਉਹ ਹੋ ਗਿਆ ਰੀਡਿੰਗ ਅਤੇ ਲਿਸਨਿੰਗ। ਰੀਡ ਕਰਦੇ ਹਾਂ ਤਾਂ ਵੀ ਸਾਨੂੰ ਕੁਛ ਨੌਲੇਜ ਮਿਲਦੀ ਹੈ, ਜੇ ਅਸੀਂ ਸੁਣਦੇ ਹਾਂ ਤਾਂ ਵੀ ਸਾਨੂੰ ਨੌਲੇਜ ਮਿਲਦੀ ਹੈ। ਪਰੰਤੂ ਜਿਹੜੀ ਸਪੀਕਿੰਗ ਅਤੇ ਰਾਈਟਿੰਗ ਸੀ ਉਹ ਪ੍ਰੋਡਕਟਿਵ ਸਕਿੱਲ ਸੀਗੀ, ਅਤੇ ਇਹਦੇ ਵਿੱਚ ਹੈਗੀ ਹੈ ਰਿਸੈਪਟਿਵ ਸਕਿੱਲ ਕਿਹੜੀਆਂ ਨੇ? ਆਹ ਜਿਹੜਾ ਆਨਸਰ ਇਹਦਾ ਸਹੀ ਹੋਊਗਾ। ਫਿਰ ਹੈ, ਦ ਆਰਗਨਸ ਆਫ ਸਪੀਚ ਇਜ਼ ਨਾਟ ਇਨਕਲੂਡ। ਇਹਦਾ ਜਿਹੜਾ ਸਹੀ ਆਨਸਰ ਆਹ ਵਾਲਾ ਹੈ। ਬਾਕੀ ਸਾਰੇ ਜਿਹੜੇ ਆਰਗਨਸ ਨੇ ਉਹ ਸਪੀਚ ਦੇ ਵਿੱਚ ਯੂਜ਼ ਹੁੰਦੇ ਨੇ, ਇਨਕਲੂਡ ਵੀ ਹੁੰਦੇ ਨੇ, ਤਾਂ ਇਹ ਹੈ ਜਿਹੜਾ ਇਹ ਨਹੀਂ ਹੁੰਦਾ ਹੈਗਾ। ਫਿਰ 67, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਇਨਕਰੈਕਟ। ਇਸ ਵਾਰੀ ਇਨਕਰੈਕਟ, ਕਰੈਕਟ, ਨੋਟ, ਇਸ ਵਾਰੀ ਜਿਹੜੇ ਪ੍ਰਸ਼ਨ ਸੀਗੇ ਕਾਫੀ ਆਏ ਸੀਗੇ। ਤਾਂ ਇੱਥੇ ਇਨਕਰੈਕਟ ਗਲਤ ਦੱਸਣਾ ਸੀ। ਇੰਡੀਆ ਇਜ਼ ਏ ਲਿੰਗੁਇਸਟਿਕਲੀ ਡਿਵਰਸ ਕੰਟਰੀ, ਇਹ ਸਹੀ ਹੈ। ਅਤੇ ਹਿਊਮਨ ਲੈਂਗੁਏਜ ਇਜ਼ ਡਾਇਨਾਮਿਕ, ਇਹ ਵੀ ਸਹੀ ਹੈ। NEP ਇਹ ਵੀ ਸਹੀ ਹੈ, ਬਟ ਜਿਹੜੀ ਆਹ ਹੈਗੀ ਹੈ ਇਹ ਇਨਕਰੈਕਟ ਹੈ। ਮਲਟੀਲਿੰਗੁਅਲ ਇਜ਼ ਅ ਬੀਨ, ਵੀ ਜੇ ਜ਼ਿਆਦਾ ਭਾਸ਼ਾਵਾਂ ਹੋ ਜਾਂਦੀਆਂ ਨੇ ਤਾਂ ਉਹ ਵਧੀਆ ਨਹੀਂ ਹੁੰਦੀਆਂ। ਇਹ ਜਿਹੜਾ ਆਨਸਰ ਹੈ ਇਹ ਇਨਕਰੈਕਟ ਹੈ, ਇਸ ਲਈ ਸਾਡਾ ਆਨਸਰ B ਹੋ ਜਾਊਗਾ। ਫਿਰ 68, ਦ ਬਿਗੈਸਟ ਚੈਲੰਜ ਆਫ ਟੀਚਿੰਗ ਆਫ ਇੰਗਲਿਸ਼ ਲੈਂਗੁਏਜ ਇਫੈਕਟਿਵਲੀ। ਯਾਨੀ ਕਿ ਭਾਸ਼ਾ ਲੈਂਗੁਏਜ ਟੀਚ ਕਰਨੀ ਆ ਅਸੀਂ ਇੰਗਲਿਸ਼, ਉਸ ਦੇ ਵਿੱਚ ਸਭ ਤੋਂ ਵੱਡਾ ਚੈਲੰਜ ਕਿਹੜਾ ਹੈ? ਵੈਸੇ ਇਹ ਸਾਰੇ ਚੈਲੰਜ ਨੇ। ਸਕੂਲ ਦਾ ਜਿਹੜਾ ਇਨਫਰਾਸਟਰਕਚਰ ਹੈ ਉਹ ਵਧੀਆ ਨਹੀਂ ਹੈ, ਗੁੱਡ ਇੰਸਟਰੂਮੈਂਟਲ ਮਟੀਰੀਅਲ ਦੀ ਵੀ ਘਾਟ ਹੈ, ਇਨਐਪਰੇਸ਼ੀਏਟ ਅਸੈਸਮੈਂਟ ਇਹ ਵੀ ਘਾਟ ਹੈ, ਅਤੇ
ਜਿਹੜਾ ਸਭ ਤੋਂ ਵੱਡਾ ਹੈਗਾ ਉਹ ਹੈ ਲੈਕ ਆਫ ਵੈਲ ਟ੍ਰੇਨਡ ਟੀਚਰਸ। ਜਿਹੜੇ ਵੈਲ ਟ੍ਰੇਨਡ ਟੀਚਰ ਨੇ ਉਹਨਾਂ ਦੀ ਘਾਟ ਹੈ ਜਿਹੜੇ ਇੰਗਲਿਸ਼ ਨੂੰ ਟੀਚ ਕਰਾ ਸਕਣ। ਉਸ ਤੋਂ ਬਾਅਦ 69 ਮਲਟੀਲਿੰਗੁਅਲ ਕਲਾਸਰੂਮਸ ਆਰ ਗਰੋਇੰਗ ਫੈਨੋਮੈਨਨ ਮੇਨਲੀ ਬਿਕੋਜ਼ ਆਫ। ਕਿਸ ਦੇ ਕਰਕੇ? ਇਹ ਪ੍ਰਸ਼ਨ ਦੇਖੋ ਇਸ ਤਰ੍ਹਾਂ ਦਾ ਹੈ ਕਿ ਇਹਦੇ ਵਿੱਚ ਸਾਰੀਆਂ ਆਪਸ਼ਨਸ ਨੇ ਜਿਹੜੀਆਂ ਉਹ ਸਹੀ ਲੱਗ ਰਹੀਆਂ ਨੇ। ਹੋ ਸਕਦਾ ਹੈ ਇਹ ਜਿਹੜਾ ਹੈਗਾ ਇਸ ਦੀ ਗ੍ਰੇਸ ਅੰਕ ਮਿਲ ਸਕਦਾ ਹੋਵੇ, ਪਰ ਜੇ ਜ਼ਿਆਦਾ ਦੇਖੀਏ ਤਾਂ ਆਹ ਆਨਸਰ ਵੀ ਸਹੀ ਲੱਗ ਰਿਹਾ, ਇਹ ਵੀ ਸਹੀ ਲੱਗ ਰਿਹਾ, ਤਾਂ ਇਸ ਕਰਕੇ ਇਸ ਦਾ ਗ੍ਰੇਸ ਅੰਕ ਵੀ ਹੋ ਸਕਦਾ ਹੈ। ਅਤੇ ਬਾਕੀ ਜਦੋਂ ਆਨਸਰ ਕੀ ਆਏਗੀ ਉਸ ਦੇ ਵਿੱਚ ਦੇਖਿਆ ਜਾਵੇਗਾ। ਫਿਰ ਉਸ ਤੋਂ ਬਾਅਦ ਸਾਡੇ ਕੋਲ 70 ਜਿਹੜਾ ਪ੍ਰਸ਼ਨ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਕੰਪੋਨੈਂਟ ਆਫ ਮਲਟੀਮੀਡੀਆ। ਮਲਟੀਮੀਡੀਆ ਦਾ ਕੰਪੋਨੈਂਟ, ਵੈਸੇ ਇਹ ਪ੍ਰਸ਼ਨ ਦੇ ਵਿੱਚ ਵੀ ਸਾਊਂਡ ਵੀ ਹੁੰਦੀ ਹੈ, ਆਬਜੈਕਟ ਵੀ ਹੁੰਦੇ ਨੇ, ਟੈਕਸਟ ਵੀ ਆ ਜਾਂਦਾ ਹੈ, ਅਸੀਂ ਪੜ੍ਹਦੇ ਹਾਂ ਮਲਟੀਮੀਡੀਆ 'ਤੇ, ਗ੍ਰਾਫਿਕਸ ਵੀ ਹੋ ਸਕਦਾ ਹੈ, ਪਰ ਇਹਦਾ ਵੀ ਜਿਹੜਾ ਹੈਗਾ ਤੁਹਾਨੂੰ ਜਿਹੜਾ ਗ੍ਰੇਸ ਮਿਲ ਸਕਦੀ ਹੈ, ਪਰ ਇਹ ਹੈਗਾ ਜਿਹੜਾ ਕੁਛ ਹੱਦ ਤੱਕ ਸਹੀ ਹੋ ਸਕਦਾ ਹੈ, ਇਸ ਦਾ ਇਹ ਆਨਸਰ। ਉਸ ਤੋਂ ਬਾਅਦ ਸਾਡੇ ਕੋਲ 71 ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਐਸੋਸੀਏਟਡ ਵਿਦ ਐਕਟਿਵ ਲਿਸਨਿੰਗ। ਐਕਟਿਵ ਲਿਸਨਿੰਗ ਨਾਲ ਜਿਹੜਾ ਪੈਰਾਫਰੇਸਿੰਗ ਹੈ ਇਹ ਨਹੀਂ ਹੈਗਾ ਰਿਲੇਟ ਕਰਦਾ, ਅਤੇ ਰਿਪੀਟਿੰਗ ਹੈ, ਰਿਵਰਸਿੰਗ ਹੈ, ਰਿਫਲੈਕਟਿੰਗ ਹੈ, ਇਹ ਸਾਰਾ ਹੈ। 72 ਇਨ ਏ ਡਾਇਵਰਸ ਕਲਾਸਰੂਮ ਦਾ ਬੈਸਟ ਸਟ੍ਰੈਟੇਜੀ ਟੂ ਇਫੈਕਟਿਵਲੀ ਟੀਚ ਲੈਂਗੁਏਜ ਇਜ਼। ਤਾਂ ਉਹ ਹੈਗਾ ਅੰਡਰਸਟੈਂਡਿੰਗ ਨੀਡਸ ਆਫ ਲਰਨਰਸ। ਜਿਹੜੇ ਲਰਨਰਸ ਨੇ ਉਹਨਾਂ ਦੀਆਂ ਜਿਹੜੀਆਂ ਨੀਡਸ ਨੇ, ਜ਼ਰੂਰਤਾਂ ਨੇ, ਉਹਨਾਂ ਨੂੰ ਸਮਝਣਾ ਪਊਗਾ ਅਕੋਰਡਿੰਗ ਟੂ ਕਸਟਮਾਈਜ਼ਿੰਗ ਟੀਚਿੰਗ ਦੇ ਜੇ ਅਸੀਂ ਟੀਚ ਕਰ ਰਹੇ ਹਾਂ ਉਹਨਾਂ ਨੂੰ, ਤਾਂ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਸਮਝਣਾ ਪਊਗਾ। ਫਿਰ ਅਸੀਂ ਜਿਹੜਾ ਹੈਗਾ ਕਲਾਸਰੂਮ ਦੇ ਵਿੱਚ ਜਿਹੜੀ ਸਟ੍ਰੈਟੇਜੀ ਹੈ ਇਹ ਯੂਜ਼ ਕਰਕੇ ਇਫੈਕਟਿਵਲੀ ਅਸੀਂ ਪੜ੍ਹਾ ਸਕਦੇ ਹਾਂ। 73 ਹੈ ਦਾ ਪਰਪਸ ਆਫ ਰਿਮੀਡੀਅਲ ਟੀਚਿੰਗ ਇਜ਼। ਜਿਹੜੀ ਅਸੀਂ ਰਿਮੀਡੀਅਲ ਟੀਚਿੰਗ ਕਰਦੇ ਹਾਂ, ਯਾਨੀ ਕਿ ਬੱਚਿਆਂ ਨੂੰ ਪੜ੍ਹਾਉਣ ਤੋਂ ਬਾਅਦ ਦੇਖਦੇ ਹਾਂ ਕਿ ਬੱਚੇ ਨੂੰ ਕਿੰਨੀ ਸਮਝ ਆਈ ਜਾਂ ਨਹੀਂ ਆਈ, ਫਿਰ ਉਸ ਤੋਂ ਬਾਅਦ ਅਸੀਂ ਤਰੀਕੇ ਆਪਣੇ ਚੇਂਜ ਕਰਦੇ ਹਾਂ ਜਾਂ ਫਿਰ ਪੜ੍ਹਾਉਂਦੇ ਹਾਂ ਦੁਬਾਰਾ ਤੋਂ, ਤਾਂ ਉਹਦਾ ਮੇਨ ਪਰਪਸ ਕੀ ਹੈ? ਉਹਦਾ ਪਰਪਸ ਹੈ ਟੂ ਪ੍ਰੋਵਾਈਡ ਸਪੋਰਟ ਟੂ ਲਰਨਰਸ ਐਕਸਪੀਰੀਅੰਸਿੰਗ ਡਿਫੀਕਲਟੀਜ਼। ਜਿਹੜੇ ਬੱਚੇ ਨੇ ਡਿਫੀਕਲਟੀਜ਼ ਆਈਆਂ ਉਹਦੇ ਵਿੱਚ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ। ਉਹ ਸਪੋਰਟ ਕਰਨ ਦੇ ਵਾਸਤੇ ਉਹ ਜਿਹੜੀ ਸਪੋਰਟ ਹੈ ਉਹੀ ਰਿਮੀਡੀ ਹੈ। ਇਹਦਾ ਸੀ ਆਨਸਰ ਹੈ ਜਿਹੜਾ ਸਹੀ ਹੋਊਗਾ। ਫਿਰ ਸਾਡੇ ਕੋਲ 79 ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਇਨਕਰੈਕਟ ਕਿਹੜੀ ਹੈ ਅਬਾਊਟ ਲੈਂਗੁਏਜ ਦੇ ਬਾਰੇ 'ਚ? ਤਾਂ ਲੈਂਗੁਏਜ ਦੇ ਬਾਰੇ 'ਚ ਦਾ ਸਿੰਬਲ ਆਫ ਲੈਂਗੁਏਜ ਆਰ ਲੌਜੀਕਲ, ਇਹ ਆਨਸਰ ਜਿਹੜਾ ਸਹੀ ਲੱਗ ਰਿਹਾ। ਬਾਕੀ ਸਾਰੇ ਆਨਸਰ ਕਰੈਕਟ ਨੇ, ਇਹ ਇਨਕਰੈਕਟ ਲੱਗ ਰਿਹਾ, ਇਸ ਕਰਕੇ ਸਹੀ ਆਨਸਰ ਲੱਗ ਰਿਹਾ। ਇਨ ਆਰਡਰ ਟੂ ਲਰਨ ਟੂ ਸਪੀਕ ਇਨ ਦਾ ਫਸਟ ਲੈਂਗੁਏਜ ਨੂੰ ਸਪੀਕ ਕਰਦੇ ਹਾਂ ਦ ਮੋਸਟ ਬੇਸਿਕ ਰਿਕੁਆਇਰਮੈਂਟਸ। ਤਾਂ ਕਿਹੜੀਆਂ ਜਿਹੜੀਆਂ ਰਿਕੁਆਇਰਮੈਂਟ ਹੈਗੀ ਹੈ ਉਹ ਹੋਣੀਆਂ ਚਾਹੀਦੀਆਂ ਨੇ ਜਦੋਂ ਅਸੀਂ ਸਪੀਕ ਕਰਦੇ ਹਾਂ ਲੈਂਗੁਏਜ ਨੂੰ। ਤਾਂ ਫਸਟ ਲੈਂਗੁਏਜ ਕਿਹੜੀ ਹੁੰਦੀ ਹੈ? ਫਸਟ ਲੈਂਗੁਏਜ ਹੁੰਦੀ ਹੈ ਸਾਡੀ ਮਦਰ ਟੰਗ। ਤਾਂ ਉਸ ਦੇ ਵਿੱਚ ਜਿਹੜੀ ਬੇਸਿਕ ਰਿਕੁਆਇਰਮੈਂਟ ਹੈ ਉਹ ਲਿਸਨਿੰਗ ਹੀ ਹੈ, ਕਿਉਂਕਿ ਅਸੀਂ ਸੁਣ ਕੇ ਹੀ ਉਸ ਨੂੰ ਬੋਲਣ ਲੱਗ ਜਾਂਦੇ ਹਾਂ, ਤਾਂ ਉਹ ਫਸਟ ਲੈਂਗੁਏਜ ਨੇ, ਤਾਂ ਇਹਦਾ ਹੈਗਾ ਲਿਸਨਿੰਗ। ਫਿਰ ਸਾਡੇ ਕੋਲ ਕੁਐਸਚਨ ਹੈ 81 linguists have identified basic component of language. Which of the following is not one of the components? ਕਿਹੜਾ ਕੰਪੋਨੈਂਟ ਨਹੀਂ ਹੈ? ਤਾਂ ਇਸ ਦੇ ਵਿੱਚ ਆ ਜਾਏਗਾ ਫੋਨੋਲੋਜੀ ਹੈ, ਸਾਇੰਟੈਕਸ ਹੈ, ਪ੍ਰੈਮੈਟਿਕਸ ਹੈ, ਤਾਂ ਗ੍ਰਾਫੋਲੋਜੀ ਨਹੀਂ ਹੈ। ਇਹਦਾ ਆਨਸਰ ਕਰੈਕਟ ਹੋਊਗਾ। ਫਿਰ ਹੈ ਸਾਡੇ ਕੋਲ 82
when the place of articulating is the back of the tongue towards the soft plate, such consonants are classified as। ਜਿਹੜੇ ਕੰਸੋਨੈਂਟਸ ਹੁੰਦੇ ਨੇ, ਸਾਡੇ ਵਿਅੰਜਨ ਹੁੰਦੇ ਨੇ, ਉਹ ਸੌਫਟ ਪਲੇਟ ਦੇ ਨਾਲ ਜਿਹੜੀ ਸਾਡੀ ਜੀਭ ਹੈ ਬੈਕ ਵਾਲੇ ਪਾਸੇ ਉਹ ਲੱਗਦੀ ਹੈ, ਤਾਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਜਿਵੇਂ ਕੈਟ ਹੋ ਗਿਆ, ਗੇਮ ਹੋ ਗਿਆ, ਇਹ ਵਰਡ ਹੈਗੇ, ਉਹਨਾਂ ਨੂੰ ਅਸੀਂ ਵੈਲਾਰਸ ਕਹਿੰਦੇ ਹਾਂ। ਇਹਦੇ ਵਿੱਚ ਆ ਜਾਂਦੇ ਨੇ, ਕਿਉਂਕਿ ਜਿਨ੍ਹਾਂ ਦਾ ਦੰਦਾਂ ਨਾਲ ਸੰਬੰਧ ਹੈ ਉਹ ਡੈਂਟਲ ਆ ਜਾਂਦੇ ਨੇ। ਗਲੋਟਨਸ ਹੋ ਗਏ ਅਤੇ ਬਲੇਬਲਸ ਹੋ ਗਏ, ਪਰ ਇਹਦਾ ਜਿਹੜਾ ਸੰਬੰਧ ਹੈ ਸਾਡਾ ਸੌਫਟ ਪਲੇਟ ਦੇ ਨਾਲ ਹੈ, ਜੀਭ ਦੇ ਬੈਕ ਵਾਲੇ ਪਾਸੇ। ਤਾਂ ਇਹ ਹੈਗਾ ਇਹਦਾ ਸਹੀ ਆਨਸਰ ਹੈਗਾ। ਫਿਰ 83, which of the following statement is not correct about the grammar translation method? grammar translation method ਹੈ ਜਿਹੜਾ, ਉਹਦੇ ਨਾਲ ਕਿਹੜੀ ਚੀਜ਼ ਹੈ ਜਿਹੜੀ ਨਾਟ ਕਰੈਕਟ ਹੈ? ਇਨਕਰੈਕਟ ਕਹਿ ਲਓ ਚਾਹੇ ਨਾਟ ਕਰੈਕਟ ਕਹਿ ਲਓ, ਗੱਲ ਉਹੀ ਹੈ। ਐਕੂਰੇਸੀ ਇਜ਼ ਐਮਫੇਸਾਈਜ਼ਡ, ਇਹ ਸਹੀ ਹੈ। ਗ੍ਰਾਮਰ ਇਜ਼ ਟਾਟਡ, ਇਹ ਵੀ ਸਹੀ ਹੈ। ਥਰਡ ਵੀ ਸਹੀ ਹੈ। ਤਾਂ ਆ ਜਿਹੜਾ ਹੈਗਾ, ਸਪੀਕਿੰਗ ਐਂਡ ਲਿਸਨਿੰਗ ਆਰ ਗਿਵਨ ਮੋਰ ਇੰਪੋਰਟੈਂਸ ਦੈਨ ਰੀਡਿੰਗ ਐਂਡ ਰਾਈਟਿੰਗ। ਸਪੀਕਿੰਗ 'ਤੇ ਕੋਈ ਜ਼ੋਰ ਨਹੀਂ ਦਿੱਤਾ ਜਾਂਦਾ ਗ੍ਰਾਮਰ ਟਰਾਂਸਲੇਸ਼ਨ 'ਚ। ਆਪਾਂ ਨੇ ਕੀਤਾ ਸੀਗਾ ਇਹ। ਗ੍ਰਾਮਰ ਟਰਾਂਸਲੇਸ਼ਨ ਦੇ ਵਿੱਚ ਸਿਰਫ ਟਰਾਂਸਲੇਟ ਕੀਤਾ ਜਾਂਦਾ ਹੈ ਅਤੇ ਸਪੀਕਿੰਗ 'ਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ, ਪਰੰਤੂ ਇੱਥੇ ਇਹ ਕਿਹਾ ਗਿਆ ਕਿ ਸਪੀਕਿੰਗ ਅਤੇ ਲਿਸਨਿੰਗ 'ਤੇ ਧਿਆਨ ਦਿੱਤਾ ਜਾਂਦਾ ਹੈ, ਜਦੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ। ਇਸ ਕਰਕੇ ਇਨਕਰੈਕਟ ਜਾਂ ਨਾਟ ਕਰੈਕਟ ਕਿਹੜੀ ਹੈ? ਡੀ ਹੈ। ਫਿਰ ਅਸੀਂ ਦੇਖਦੇ ਹਾਂ 84, ਇਨ ਦਾ ਲੈਂਗੁਏਜ ਐਕੁਜੀਸ਼ਨ ਪ੍ਰੋਸੈਸ ਦਾ ਟੈਲੀਗ੍ਰਾਫਿਕ ਸਪੀਚ। ਟੈਲੀਗ੍ਰਾਫਿਕ ਸਪੀਚ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਆ ਜਿਹੜੀ ਹੈਗੀ ਆਪਸ਼ਨ ਸਹੀ ਹੈ। ਇਟ ਕਰੈਕਟਰਾਈਜ਼ ਦਾ ਸਟ੍ਰਿੰਗਸ ਆਫ ਦਾ ਵਰਡਸ, ਫਰੇਸਿਸ ਐਂਡ ਸੈਂਟੈਂਸਿਸ। ਦੋ ਸ਼ਬਦ ਜਿਹੜਾ ਬੱਚਾ ਜਦੋਂ ਬੋਲਣ ਲੱਗ ਜਾਂਦਾ ਹੈ, ਉਸ ਟਾਈਮ ਨੂੰ ਕਹਿੰਦੇ ਨੇ ਅਸੀਂ ਟੈਲੀਗ੍ਰਾਫਿਕ ਸਪੀਚ। ਲਾਸਟ ਸਾਡੇ ਕੋਲ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਕੰਡੀਸ਼ਨ ਡਿਸਆਰਡਰ ਪ੍ਰਾਇਮਰਲੀ ਐਸੋਸੀਏਟਡ ਦਾ ਡਿਫੀਕਲਟੀਜ਼ ਇਨ ਰੀਡਿੰਗ। ਰੀਡਿੰਗ ਦੇ ਵਿੱਚ, ਪਾਠਾਂ ਦੇ ਵਿੱਚ, ਪੜ੍ਹਨ ਦੇ ਵਿੱਚ ਜਿਹੜੀ ਕਿਹੜਾ ਡਿਸਆਰਡਰ ਹੈ, ਕਿਹੜੀ ਜਿਹੜੀ ਪ੍ਰੋਬਲਮ ਹੁੰਦੀ ਹੈ, ਉਸਨੂੰ ਅਸੀਂ ਕੀ ਕਹਿੰਦੇ ਹਾਂ? ਉਸਨੂੰ ਅਸੀਂ ਡਿਸਲੈਕਸੀਆ ਕਹਿੰਦੇ ਹਾਂ। ਤਾਂ ਇਹ ਸੀਗੀ ਜਿਹੜੀ ਇਹਦੀ ਆਨਸਰ ਕੀ ਹੋ ਸਕਦਾ। 1-2 ਪ੍ਰਸ਼ਨ ਜਿਹੜਾ ਇੱਧਰ ਉੱਧਰ ਹੋ ਸਕਦੇ ਨੇ, ਪਰ ਜ਼ਿਆਦਾਤਰ ਇਹ ਬਿਲਕੁਲ ਸਹੀ ਹੀ ਹੋਊਗੀ ਅਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਇਸ ਦੇ ਵਿੱਚ ਕਾਫੀ ਜਿਹੜੇ ਨੰਬਰ ਬਣੇ ਹੋਣਗੇ। ਇਸ ਤੋਂ ਬਾਅਦ ਆਪਾਂ ਜਿਹੜੇ ਪੈਰੇ ਸੀਗੇ ਉਹਨਾਂ ਨੂੰ ਪੜ੍ਹ ਕੇ ਉਹਨਾਂ ਦੇ ਆਨਸਰ ਖੋਜਣ ਦੀ ਕੋਸ਼ਿਸ਼ ਕਰਾਂਗੇ, ਸਹੀ ਆਨਸਰ ਕੀ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਜਿਹੜੀ ਹੈ ਵਧੀਆ ਲੱਗੀ ਹੋਵੇਗੀ। ਥੈਂਕ ਯੂ ਵੈਰੀ ਮੱਚ।